ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਾਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤਿਰਭਾਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੋੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਕਾਮੀ ਕ੍ਰੋਧੀ ਚਾਤੁਰੀ ਵਾਜੀ ਗਰ ਵੇ ਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਨਾਮ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ ਡੁਬਦੇ ਪੱਥਰ ਤਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ ਡੁਬਦੇ ਪੱਥਰ ਤਾਰੇ। ਡੰਡਾਉਤ ਬੰਧਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੈ ਜਹ ਉਪਜੈ ਕਹਿ ਜਾਏ ਸਮਾਵੈ। ਕਿਉ ਬਾਧਿਓ ਕਿਉ ਮੁਕਤੀ ਪਾਵੈ ਕਿਉ ਅਵਨਾਸੀ ਸਹਿਜ ਸਮਾਵੈ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ ਨਰ ਹਰਿ ਨਾਮ ਨਰ ਹਰਿ ਨਿਹਕਾਮ। ਰਹਾਉ
सहजे आवे सहजे जाए, मन ते उपजै मन माहे समाए। मुक्तो गुरमुख मुक्तो बंध न पाए, शब्द विचार छुटै हर नाए। तरवर पंखी बहु निस्वास, सुख दुखिया मन मोह विनाश। सांझ बिहाग तक है आगास, दह दिस धाव है कर्म लिखियास। गोल नाम संजोगी गोयल थाट, काम क्रोध फूटै बिख माट। बिख बिन वखर सुनो घर हाट, गुर मिल खोले बजर कपाट। साध मिलै पूरब संजोग, सच रहस्य पूरे हर लोग। तन मन देल सहज सुभाए, नानक तिनकै लागों पाए। साध मिलै पूरब संजोग, सच रहस्य पूरे हर लोग। मन तन देल सहज सुभाए, नानक तिनकै लागों पाए। वाहेगुरु जी का खालसा, वाहेगुरु जी की फतेह। ਸਾਹਿਬੇ ਕਮਾਲ ਚੌਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸਰਬੱਤ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ, ਜੋ ਪਾਤਸ਼ਾਹ ਜੀ ਦੇ ਵਚਨਾਂ ਦੇ ਅਨੁਸਾਰ ਵਡਭਾਗੀ ਸਤ ਸੰਗਤ ਪਾਵੈ। ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾ ਸਤ ਸੰਗ ਨ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਉ। ਵੱਡੇ ਭਾਗਾਂ ਕਰਕੇ ਸਤ ਸੰਗਤ ਪ੍ਰਾਪਤ ਹੁੰਦੀ ਹੈ। ਜਿਹੜੇ ਭਾਗਹੀਣ ਨੇ ਉਹ ਭਰਮ ਕੇ ਚੋਟਾਂ ਖਾਂਦੇ ਹਨ, ਵੱਡੇ ਭਾਗ ਵਾਲੇ ਸਤਸੰਗ ਦੇ ਵਿੱਚ ਆਉਂਦੇ ਹਨ। ਆਪ ਉਹਨਾਂ ਵਡਭਾਗੀਆਂ ਦੇ ਵਿੱਚੋਂ ਹੋ, ਜੋ ਸਤਸੰਗ ਦੇ ਵਿੱਚ ਬਹਿ ਕਰਕੇ ਨਾਮ ਬਾਣੀ ਦੀ ਕਥਾ, ਨਾਮ ਬਾਣੀ ਦਾ ਕੀਰਤਨ, ਨਾਮ ਬਾਣੀ ਦੇ ਪਾਠ ਸ਼੍ਰਵਣ ਕਰ ਰਹੇ ਹੋ। ਸੋ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤੁਰਠ ਕਰਕੇ ਖੁਸ਼ ਹੁੰਦਿਆਂ ਹੋਇਆਂ ਆਪਣੇ ਖੁੱਲੇ ਦਰਸ਼ਨ ਦੀਦਾਰੇ ਬਖਸ਼ੇ, ਅੰਮ੍ਰਿਤ ਵੇਲੇ ਦੇ ਨਿਤਨੇਮ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਕੇ ਪਿਆਰਿਆਂ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦਾ ਹਰ ਜਸ ਕੀਰਤਨ ਸ਼੍ਰਵਣ ਕੀਤਾ। ਆਪ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ, ਸਮਾਂ ਮਿਲਿਆ ਆਪਾਂ ਨੂੰ ਲੜੀਵਾਰ ਕਥਾ ਸ਼੍ਰਵਣ ਕਰਨ ਦਾ। ਆਓ ਆਪਾਂ ਲੜੀਵਾਰ ਕਥਾ ਦੀ ਸਾਂਝ ਪਾਈਏ। ਕਥਾ ਦੀ ਸਾਂਝ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਸਾਰੇ ਰਲ ਕੇ ਬੋਲੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਗੌੜੀ ਮਹੱਲਾ ਪਹਿਲਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਕਿਰਪਾ ਬਖਸ਼ਿਸ਼ਾਂ ਕਰਦਿਆਂ ਹੋਇਆਂ ਲੜੀਵਾਰ ਕਥਾ ਨੂੰ ਆਪਣੇ 152 ਅੰਗ ਦੇ ਉੱਪਰ ਪਹੁੰਚਾਈ ਹੈ। ਪਾਤਸ਼ਾਹ ਆਪ ਹੀ ਮਿਹਰ ਕਰਦਿਆਂ ਕਿਰਪਾ ਬਖਸ਼ਿਸ਼ਾਂ ਕਰਦਿਆਂ ਹੋਇਆਂ ਆਪਣੀ ਸਮਰੱਥਾ ਵਸ਼ ਕਰਕੇ ਆਪਾਂ ਸਭ ਨੂੰ ਕਥਾ ਸੁਣਨ ਤੇ ਕਥਾ ਕਰਨ ਦਾ ਬਲ ਬਖਸ਼ ਰਹੇ ਨੇ। ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਆਏ ਹੋਏ 31 ਰਾਗਾਂ ਦੇ ਵਿੱਚੋਂ ਤੀਜੇ ਨੰਬਰ ਦੇ ਰਾਗ ਗੌੜੀ ਰਾਗਣੀ ਦੇ ਵਿੱਚ ਕਥਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਧੁਰਕੀ ਬਾਣੀ ਦੇ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਾਤੋ ਜਾਏ ਕਹਾ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 4 ਉਦਾਸੀਆਂ ਕਰਨ ਤੋਂ ਬਾਅਦ ਪਾਤਸ਼ਾਹ ਜੀ ਨੇ ਹੁਣ ਵਿਰਾਮ ਲਿਆ। ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਵਿਰਾਜੇ ਨੇ ਤੇ ਹੁਣ ਮਹਾਰਾਜ ਜੀ ਜਿਵੇਂ ਪਹਿਲਾਂ ਉਦਾਸੀਆਂ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਵਿੱਚ ਗਏ, ਪਰ ਹੁਣ ਉੱਥੇ ਕਰਤਾਰਪੁਰ ਸਾਹਿਬ ਮਹਾਰਾਜ ਜੀ ਨੇ ਉਦਾਸੀ ਦਾ ਭੇਖ ਉਤਾਰ ਕਰਕੇ ਨਿਰਮਲ ਪੰਥ ਚਲਾਇਆ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਮੁਤਾਬਕ ਧਰਮਸ਼ਾਲਾ ਬਣਾਈ, ਕਰਤਾਰਪੁਰ ਨਗਰ ਵਸਾਉਣਾ ਕੀਤਾ। ਹੁਣ ਦੂਰ ਦਰੇਡਿਆਂ ਤੋਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਵਾਸਤੇ, ਗਿਆਨ ਉਪਦੇਸ਼ ਲੈਣ ਵਾਸਤੇ ਕਰਤਾਰਪੁਰ ਸਾਹਿਬ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਵਿਰਾਜਦੀਆਂ ਹਨ। ਉਥੇ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਦੇ ਭੌਰੇ ਗੁਰਸਿੱਖ, ਉਹ ਵੀ ਵੱਖਰੀਆਂ ਵੱਖਰੀਆਂ ਰੂਹਾਂ ਨੇ, ਉਹ ਵੀ ਵਿਰਾਜਦੇ ਹਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਤਖਤ ਦੇ ਉੱਪਰ ਵਿਰਾਜਮਾਨ ਹਨ ਤੇ ਗੁਰੂ ਦੀ ਹਜ਼ੂਰੀ ਵਿੱਚ ਕੋਈ ਸਿੱਖਾਂ ਦੇ ਸਮੇਤ ਇੱਕ ਦਾਸਾ ਨਾਮੀ ਭੱਟ ਹੈ ਜਿਹੜਾ, ਉਹ ਵੀ ਵਿਰਾਜਮਾਨ ਹੈ। ਤੇ ਦਾਸਾ ਨਾਮੀ ਭੱਟ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਰੂਪ ਵਿੱਚ ਕੁਝ ਪ੍ਰਸ਼ਨ ਕੀਤੇ। ਦਾਸਾ ਭੱਟ ਦੇ ਪ੍ਰਸ਼ਨਾਂ ਨੂੰ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ। ਪਹਿਲੇ ਪਦਿਆਂ ਦੇ ਵਿੱਚ ਦਾਸਾ ਨਾਮੀ ਭੱਟ ਤੋਂ ਜੋ ਦਾਸਾ ਭੱਟ ਹੈ ਉਹਦੇ ਵੱਲੋਂ ਸਵਾਲ ਹਨ, ਪ੍ਰਸ਼ਨ ਹਨ ਮਹਾਰਾਜ ਜੀ ਨੂੰ, ਤੇ ਦੂਜੇ ਫਿਰ ਬਾਕੀ ਦੇ ਪਦਿਆਂ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ ਉੱਤਰ ਹਨ। ਪਾਤਸ਼ਾਹ ਜੀ ਨੂੰ ਉਹ ਕਹਿ ਰਿਹਾ ਹੈ, ਹੇ ਮਹਾਰਾਜ, ਇਹ ਦੱਸਣਾ ਕਰੋ ਜਿਹੜਾ ਇਹ ਜੀਵ ਹੈ ਇਹ ਕਿੱਥੋਂ ਆਉਂਦਾ ਹੈ ਤੇ ਕਿੱਥੇ ਚਲਿਆ ਜਾਂਦਾ ਹੈ, ਦੱਸਣਾ ਕਰੋ। ਮਹਾਰਾਜ ਜੀ ਉਹਦੀਆਂ ਗੱਲਾਂ ਦਾ ਇਉਂ ਜਵਾਬ ਦਿੰਦੇ ਹਨ। ਪਹਿਲਾਂ ਉਹ ਪ੍ਰਸ਼ਨ ਕਰਦਾ ਹੈ, ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਪਹਿਲਾ ਪ੍ਰਸ਼ਨ ਕੀਤਾ, ਹੈ ਪਾਤਸ਼ਾਹ, ਜਾਤੋ ਜਾਏ, ਇਹ ਜੀਵ ਜਾਣ ਵਾਲਾ ਹੋ ਕਰਕੇ ਕਿੱਥੇ ਜਾਏ ਜਾਂਦਾ ਹੈ ਤੇ ਕਿਵੇਂ ਜਾਣਿਆ ਜਾਵੇ ਕਿ ਕਿੱਥੇ ਜਾਂਦਾ ਹੈ, ਕਿਉਂਕਿ ਹੁਣ ਇਹ ਗੁੰਝਲਦਾਰ ਕਹਾਣੀਆਂ ਨੇ ਜੋ ਪਰਮਾਤਮਾ ਵਾਹਿਗੁਰੂ ਵੱਲੋਂ ਇਹ ਰਚੀਆਂ ਗਈਆਂ ਨੇ। ਸਾਇੰਸ ਨੇ ਹਰ ਇੱਕ ਚੀਜ਼ ਦਾ ਪਤਾ ਲਵਾ ਲਿਆ, ਬੜੀਆਂ ਵੱਡੀਆਂ ਖੋਜਾਂ ਹੋ ਗਈਆਂ, ਇੱਥੋਂ ਤੱਕ ਕਿ ਮਨੁੱਖਾਂ ਦੇ ਅੰਗਾਂ ਨੂੰ ਵੀ ਬਦਲ ਦਿੱਤਾ ਜਾਂਦਾ ਹੈ। ਗੁਰਦਿਆਂ ਨੂੰ, ਮਨੁੱਖਾਂ ਦੇ ਗੁਰਦੇ ਖਰਾਬ ਹੋ ਜਾਂਦੇ ਨੇ ਤਾਂ ਦੂਜੇ ਦਾ ਗੁਰਦਾ ਕੱਢ ਕੇ ਉਸ ਦੂਸਰੇ ਸਰੀਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਦਿਲ ਦਾ ਵੀ ਜਿਹੜਾ ਬਦਲਾਅ ਹੋਣ ਲੱਗ ਗਿਆ, ਟ੍ਰਾਂਸਪਲਾਂਟ ਹੋਣ ਲੱਗ ਗਿਆ, ਤਾਂ ਇਸ ਤਰ੍ਹਾਂ ਜਿਹੜੇ ਹੋਰ ਅੰਗਾਂ ਨੇ, ਅੱਖਾਂ ਆਦਿਕ, ਇਹ ਵੀ ਬਦਲੀਆਂ ਜਾਂਦੀਆਂ ਨੇ। ਪਰ ਸਾਇੰਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਜੀਵ ਹੈ ਜਿਹੜਾ, ਇਹਨੂੰ ਚਲਾਉਣ ਵਾਲਾ ਕੀ ਪੁਰਜਾ ਫਿੱਟ ਹੈ। ਜਿਵੇਂ ਆਪਾਂ ਦੇਖਦੇ ਹਾਂ ਏਡੀ ਵੱਡੀ ਜਿਹੜੀ 18 ਚੱਕੀ ਗੱਡੀ ਹੁੰਦੀ ਹੈ, ਵੱਧ ਵੱਡੇ ਲੰਬੇ ਰੇਲ ਗੱਡੀਆਂ ਵਰਗੇ ਟਰੱਕ ਹੁੰਦੇ ਨੇ, ਉਹਨਾਂ ਦੇ ਵਿੱਚ ਇੱਕ ਇੰਜਣ ਹੁੰਦਾ,
ਉਹ ਇੰਜਣ ਸਾਰੀ ਗੱਡੀ ਨੂੰ ਖਿੱਚਦਾ। ਜਿਵੇਂ ਟ੍ਰੇਨ ਦੇ ਵਿੱਚ, ਰੇਲ ਗੱਡੀ ਦੇ ਵਿੱਚ ਵੀ ਇੱਕ ਇੰਜਣ ਹੁੰਦਾ, ਉਹ 25-30 ਬੋਗੀਆਂ ਨੂੰ, 25-30 ਡੱਬਿਆਂ ਨੂੰ ਖਿੱਚ ਕੇ ਲੈ ਕੇ ਜਾਂਦਾ ਹੈ। ਪਰ ਇਸ ਸਰੀਰ ਦੇ ਵਿੱਚ ਉਹ ਕਿਹੜਾ ਇੰਜਣ ਹੈ ਜਿਹੜਾ ਇਸ ਸਰੀਰ ਨੂੰ ਚਲਾ ਰਿਹਾ? ਕਿਉਂਕਿ ਵਿਗਿਆਨ ਨੇ ਖੋਜਾਂ ਕੀਤੀਆਂ ਪਰ ਇਹਨਾਂ ਨੂੰ ਕੋਈ ਨਹੀਂ ਪਤਾ ਲੱਗਿਆ। ਇੱਥੋਂ ਤੱਕ ਕਿ ਵਿਗਿਆਨ ਨੇ ਜਿਹੜੀ ਖੋਜ ਕਰਕੇ ਇੱਕ ਨਕਲੀ ਖੂਨ ਨਹੀਂ ਬਣਾ ਸਕੀ। ਗੁਰਦੇ ਨੂੰ ਬਦਲਣ ਦਾ ਢੰਗ ਤਾਂ ਇਹਨਾਂ ਨੇ ਕੱਢ ਲਿਆ, ਪਰ ਗੁਰਦਾ ਜਿਹੜਾ ਨਵਾਂ ਨਕਲੀ ਗੁਰਦਾ ਆਪਣੇ ਕੋਲੋਂ ਤਿਆਰ ਨਹੀਂ ਹੋਇਆ। ਪਰਮਾਤਮਾ ਨੇ ਇਸ ਸਰੀਰ ਦੇ ਵਿੱਚ ਕੀ ਫਿੱਟ ਕੀਤਾ ਹੈ ਕਿ ਇਹ ਛਕਦਾ ਭੋਜਨ ਹੈ, ਅੰਨ ਛਕਦਾ ਹੈ, ਤੇ ਅੰਨ ਤੋਂ ਮਿੱਝ, ਖੂਨ, ਬਾਲ ਆਦਿਕ ਇਹ ਬਣ ਕਰਕੇ ਸਰੀਰ ਦੇ ਉੱਪਰ ਪੈਦਾ ਹੁੰਦੇ ਨੇ। ਮਹਾਰਾਜ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਜਤਿ ਜਾਏ ਕਹਾਂ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। हे ਪਾਤਸ਼ਾਹ ਜੀ, ਜਤਿ ਜਾਏ, ਇਹ ਜੀਵ ਜਾਣ ਵਾਲਾ ਹੋ ਕੇ ਕਿੱਥੇ ਜਾਂਦਾ ਹੈ ਤੇ ਇਹ ਕਿਵੇਂ ਜਾਣਿਆ ਜਾਵੇ ਕਿੱਥੇ ਜਾਂਦਾ ਹੈ? ਮਹਾਰਾਜ ਜੀ ਨੂੰ ਦੂਸਰਾ ਪ੍ਰਸ਼ਨ ਕੀਤਾ, ਪਾਤਸ਼ਾਹ ਕਹਾਂ ਤੇ ਆਵੈ, ਇਹ ਜੀਵ ਆਉਂਦਾ ਕਿੱਥੋਂ ਹੈ? ਵੀ ਇਹਦੀ ਪੈਦਾਇਸ਼ ਕਿੱਥੋਂ ਹੁੰਦੀ ਹੈ, ਜੀਵ ਕਿੱਥੋਂ ਆਉਂਦਾ ਹੈ? ਤੀਸਰਾ ਪ੍ਰਸ਼ਨ ਹੈ, ਇਹ ਸੰਸਾਰ ਕਹਿ ਕਿੱਥੋਂ ਉਪਜੈ, ਕਿਵੇਂ ਪੈਦਾ ਹੋਇਆ? ਮਹਾਰਾਜ ਜੀ ਫਰਮਾਨ ਕਰਦੇ, ਮਹਾਰਾਜ ਜੀ ਨੂੰ ਚੌਥਾ ਸਵਾਲ ਉਹਨੇ ਕੀਤਾ, ਕਹਿ ਜਾਏ ਸਮਾਵੈ, ਸੰਸਾਰ ਕਿੱਥੇ ਜਾ ਕਰਕੇ ਸਮਾਉਂਦਾ ਹੈ, ਭਾਵ ਕਿੱਥੇ ਲੁਪਤ ਹੋ ਜਾਂਦਾ ਹੈ। ਸਰੀਰ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ, ਆਖਰੀ ਸਮੇਂ ਜਦੋਂ ਆਪਾਂ ਸੰਸਕਾਰ ਕਰਦੇ ਹਾਂ ਇਸ ਬੋਡੀ ਦਾ, ਸਰੀਰ ਦਾ, ਉਦੋਂ ਇਹਦੇ ਸਾਰੇ ਅੰਗ ਸਲਾਮਤ ਹੁੰਦੇ ਨੇ, ਅੱਖਾਂ ਵੀ, ਨੱਕ ਵੀ, ਮੂੰਹ, ਸਾਰਾ ਕੁਝ ਸਲਾਮਤ ਹੁੰਦਾ। ਪਰ ਇਸ ਸਰੀਰ ਦੇ ਵਿੱਚੋਂ ਨਿਕਲ ਕੇ ਕੀ ਗਿਆ ਜਿਹਨੇ ਇਹ ਸਾਰਾ ਸਰੀਰ ਹੀ ਬੰਦ ਕਰ ਦਿੱਤਾ? ਹੁਣ ਗੱਡੀ ਦੇ ਵਿੱਚੋਂ ਜੇ ਇੰਜਣ ਕੱਢ ਲਿਆ ਜਾਵੇ, ਉਹਦਾ ਪਤਾ ਵੀ ਇਹਦਾ ਇੰਜਣ ਕੱਢ ਕੇ ਬਾਹਰ ਰੱਖ ਦਿੱਤਾ ਤਾਂ ਗੱਡੀ ਖੜ ਗਈ। ਪਰ ਜਦੋਂ ਇੰਜਣ ਵੀ ਵਿੱਚ ਹੋਵੇ, ਸਾਰਾ ਗੱਡੀ ਵੀ ਬੰਦ ਹੋਵੇ, ਉਹਦਾ ਕੋਈ ਨਟ ਪੁਰਜਾ ਨਾ ਖੁੱਲਿਆ ਹੋਵੇ, ਫਿਰ ਉਹ ਬੰਦ ਹੋ ਜਾਵੇ, ਚੱਲੇ ਹੀ ਨਾ, ਇੱਕ ਪਾਸੇ ਡਿੱਗ ਕੇ ਖੜ ਜਾਵੇ, ਤੇ ਉਦੋਂ ਫਿਰ ਕੀ ਨੁਕਤਾ ਭਾਲਦੇ ਆ? ਮਹਾਰਾਜ ਜੀ ਫਰਮਾਨ ਕਰਦੇ ਹਨ, ਔਰ ਪਾਤਸ਼ਾਹ ਨੂੰ ਇਹ ਸਵਾਲ ਉਹਨਾਂ ਨੇ ਕੀਤੇ। ਹੁਣ ਮਹਾਰਾਜ ਜੀ ਦਾ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬਸੰਤ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਇਸ ਗੱਲ ਦੀ ਗਵਾਹੀ ਦਿੰਦੇ ਹਨ। ਕਹਿੰਦੇ, ਭਾਈ ਕਰਮ ਲਿਖਨ ਤੈ ਪਾਈ ਹੈ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ। ਇਹ ਜਿਹੜਾ ਸਰੀਰ ਹੈ ਨਾ, ਪਰਮਾਤਮਾ ਦੇ ਸਿਮਰਨ ਨੂੰ ਕਰ ਕਰਕੇ ਹਰਿਆ ਹੁੰਦਾ। ਕਰਮ ਲਿਖਨ ਤੈ ਪਾਈ ਹੈ, ਇਹ ਰੁੱਤ ਸੁਹਾਈ, ਬਾਣ ਤ੍ਰਿਣ ਤ੍ਰਿਭਾਵਨ ਮੌਲਿਆ, ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ, ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਈਆਂ ਵਿੱਚ ਦਇਆ ਖੜੋਆ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ, ਰੋਗ ਸੋਗ ਦਿਨ ਰਹਿਣ ਨਾਮ ਧਿਆਇਂਦਾ, ਫਿਰ ਪਾਏ ਨਾ ਮੋਆ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਹੁਣ ਪਰਮਾਤਮਾ ਇਹ ਕਿਸ ਤੋਂ ਪੈਦਾ ਹੋਇਆ? ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਕਿੱਥੋਂ ਉਪਜੈ? ਕਹਿ ਰਹਿ ਕਹਿ ਮਾਇ ਸਮਾਵੇ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਹ ਜੀਵ ਨੇ ਜਿਹੜੇ ਸਾਰੇ ਖਸਮ ਦੇ ਨੇ, ਪਰਮਾਤਮਾ ਦੇ ਨੇ, ਕਿਉਂਕਿ ਉਸ ਨੇ ਆਪਣਾ ਇਹ ਭੇਦ ਹੈ ਜਿਹੜਾ ਗੁਪਤ ਰੱਖਣਾ ਕੀਤਾ ਹੈ। ਕਿਉ ਬਾਧਿਓ ਕਿਉ ਮੁਕਤੀ ਪਾਵੈ, ਕਿਉ ਅਵਨਾਸੀ ਸਹਿਜ ਸਮਾਵੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਭੱਟ ਸਾਹਿਬ ਨੇ ਇਹ ਪਾਤਸ਼ਾਹ ਜੀ ਨੂੰ ਪੰਜਵਾਂ ਸਵਾਲ ਕੀਤਾ, ਕਿਉਂ ਬਾਧਿਓ, ਇਹ ਜੀਵ ਕਿਵੇਂ ਬੰਧਨਾਂ ਦੇ ਵਿੱਚ ਪੈ ਜਾਂਦਾ ਹੈ, ਕਿਵੇਂ ਬੰਨਿਆ ਜਾਂਦਾ ਹੈ? ਛੇਵਾਂ ਪ੍ਰਸ਼ਨ ਹੈ, ਕਿਉਂ ਮੁਕਤੀ ਪਾਵੇ, ਜੀਵ ਕਿਵੇਂ ਮੁਕਤ ਆਉਂਦਾ ਹੈ? ਸੱਤਵਾਂ ਪ੍ਰਸ਼ਨ ਹੈ, ਇਹ ਜੀਵ ਕਿਵੇਂ ਅਵਨਾਸੀ ਨਾਸ਼ ਤੋਂ ਰਹਿਤ ਸਹਿਜ ਸਰੂਪ ਪਰਮੇਸ਼ਰ ਵਿੱਚ ਸਮਾਉਂਦਾ ਹੈ? ਪਾਤਸ਼ਾਹ ਜੀ ਦਾ ਨੂੰ ਅੱਠਵਾਂ ਸਵਾਲ ਉਹਨਾਂ ਨੇ ਕੀਤਾ, ਹੈ ਮਹਾਰਾਜ, ਇਹ ਜੀਵ ਹੈ ਜਿਹੜਾ ਇਹ ਕਿਵੇਂ ਦਾ ਵਸਦਾ? ਦਾਸਾ ਭੱਟ ਵੱਲੋਂ ਕੀਤੇ ਪ੍ਰਸ਼ਨਾਂ ਦਾ ਸਮੁੱਚੇ ਰੂਪ ਦੇ ਵਿੱਚ ਮਹਾਰਾਜ ਜੀ
ਅਗਲੀਆਂ ਪੰਗਤੀਆਂ ਦੇ ਵਿੱਚ ਉੱਤਰ ਦਿੰਦੇ ਹਨ, ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹ ਕਾਮ। ਹੁਣ ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਹਿਰਦੇ ਦੇ ਵਿੱਚ ਅੰਮ੍ਰਿਤ ਰੂਪ ਨਾਮ ਨੂੰ ਧਿਆਉਣਾ ਕਰ ਅਤੇ ਮੁਖ ਦੁਆਰਾ ਅੰਮ੍ਰਿਤ ਨਾਮ ਨੂੰ ਜਪਣਾ ਕਰ। ਕਿਉਂਕਿ ਜਦੋਂ ਇਹ ਸਿਮਰਨ ਕਰਾਂਗੇ ਫਿਰ ਨਰ ਹਰ, ਨਰਾਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਨਰ ਹਰ, ਹਰੇਕ ਨਰ ਜਪਣ ਵਾਲੇ ਪੁਰਖ ਨੂੰ ਨਿਹਕਾਮ ਕਾਮਨਾ ਤੋਂ ਰਹਿਤ ਕਰਨ ਵਾਲਾ ਹੈ। ਪਰਮੇਸ਼ਰ ਦਾ ਨਾਮ ਨਿਹਕਾਮ ਨਿਸ਼ਕਾਮੀ ਪੁਰਖਾਂ ਨੂੰ ਨਰ ਹਰ ਪਰਮੇਸ਼ਰ ਦਾ ਸਰੂਪ ਹੀ ਬਣਾ ਦਿੰਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਬਸੰਤ ਦੀ ਵਾਰ ਦੇ ਵਿੱਚ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਸ ਤੇ ਉਪਜਿਆ ਪਰਮਾਤਮਾ ਵਾਹਿਗੁਰੂ ਤੋਂ ਇਹ ਪੈਦਾ ਹੁੰਦਾ ਜੀਵ। ਇਸ ਜੀਵ ਦੇ ਵੰਡ ਦੀਆਂ ਪ੍ਰਕਿਰਿਆ ਮਹਾਰਾਜ ਜੀ ਨੇ ਫਰਮਾਨ ਕੀਤੀਆਂ ਨੇ। ਕਿੱਥੋਂ ਉਪਜੈ ਕਹਿ ਰਿਹਾ ਕਹਿ ਮਾਇ ਸਮਾਵੈ। ਮਹਾਰਾਜ ਜੀ ਕਹਿੰਦੇ ਇਹ ਕਿੱਥੋਂ ਪੈਦਾ ਹੋਇਆ ਤੇ ਕਿੱਥੇ ਰਿਹਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਜੀਵ ਜੰਤ ਸਭ ਖਸਮ ਕੈ ਕੌਣ ਕੀਮਤ ਪਾਵੈ। ਇਹ ਸਾਰੇ ਜੀਵ ਜੰਤ ਪਰਮਾਤਮਾ ਦੇ ਹਨ, ਖਸਮ ਦੇ ਹਨ, ਤੇ ਇਹਨਾਂ ਦੀ ਕੌਣ ਕੀਮਤ ਪਾ ਸਕਦਾ ਹੈ। ਪਰਮਾਤਮਾ ਦੀ ਕਹਿਣ ਧਿਆਨ ਸੁਣ ਨਿਤ ਸੇ ਭਗਤ ਸੁਹਾਵੈ। ਅਗੰਮ ਅਗੋਚਰ ਸਾਹਿਬੋ ਦੂਸਰ ਲਭੈ ਨ ਲਾਵੈ। ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ। ਮਹਾਰਾਜ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਜਦੋਂ ਹਿਰਦੇ ਦੇ ਵਿੱਚ ਸਿਮਰਨ ਕਰਾਂਗੇ ਨਾ, ਪਰਮਾਤਮਾ ਦਾ ਸਿਮਰਨ ਕਰਾਂਗੇ। ਦਾਸਾਂ ਭੱਟ ਨੂੰ ਕਹਿ ਰਹੇ ਨੇ, ਭੱਟ ਜੀ ਜਦੋਂ ਪਰਮਾਤਮਾ ਦੇ ਨਾਲ ਸਾਂਝ ਪਾਵਾਂਗੇ, ਜਦੋਂ ਸਾਂਝ ਪਾਵਾਂਗੇ ਫਿਰ ਉਸ ਵੱਡੇ ਦੀ ਵਡਿਆਈ ਦਾ ਜਿਹੜਾ ਭੇਤ ਹੈ ਉਹ ਸਾਨੂੰ ਮਿਲ ਜਾਵੇਗਾ। ਹੁਣ ਮਹਾਰਾਜ ਜੀ ਨੇ, ਭਾਟਾਂ ਨੇ ਆਪਣੀ ਬਾਣੀ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਇਹ ਸਰੀਰ ਪਰਮਾਤਮਾ ਨੇ ਕਿਵੇਂ ਬਣਾਉਣਾ ਕੀਤਾ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸੁਵਾਰ ਧਰੀ। ਹੁਣ ਸਾਡਾ ਜਿਹੜਾ ਮੂਲ ਸੀ ਜਨਮ ਤੋਂ ਪਹਿਲਾਂ ਕੀ ਸੀ? ਅਸੀਂ ਇੱਕ ਪਾਣੀ ਦੀ ਬੂੰਦ ਸੀ। ਉਸ ਬੂੰਦ ਤੋਂ ਸਾਡੇ ਸਰੀਰ ਦਾ ਰਚਨ ਹੋਇਆ ਤੇ ਮਾਂ ਦੀ ਕੁੱਖ ਦੇ ਵਿੱਚ, ਮਾਂ ਦੀ ਉਦਰ ਦੇ ਵਿੱਚ ਇਹ ਸਰੀਰ ਬਣਾਉਣ ਦੀ ਫੈਕਟਰੀ, ਜਿਹੜੀ ਮਾਂ ਦੀ ਕੁੱਖ ਦੇ ਵਿੱਚ ਸਾਡੇ ਸਰੀਰ ਦਾ ਰਚਨ ਪੈਦਾ ਹੋਇਆ। ਉਥੇ ਕੋਈ ਮਨੁੱਖ ਨਹੀਂ ਸੀ, ਕੋਈ ਮਿਸਤਰੀ ਨਹੀਂ ਸੀ ਜਿਸ ਨੇ ਇਹਦੀ ਘਾੜਤ ਕੜੀ। ਜਿਵੇਂ ਆਪਾਂ ਦੇਖਦੇ ਹਾਂ ਫੈਕਟਰੀਆਂ ਦੇ ਵਿੱਚ ਗੱਡੀਆਂ ਟਰੈਕਟਰ ਬਣਦੇ ਨੇ, ਉਹ ਜਿਹੜੇ ਵਿਗਿਆਨੀ ਖੋਜੀ ਨੇ ਉੱਥੇ ਮਿਸਤਰੀ ਨੇ, ਮਕੈਨੀਕਲ ਨੇ, ਤੇ ਉਹ ਉਹਦੇ ਲਾਉਂਦੇ ਨੇ ਵੀ ਇੱਥੇ ਲਾਈਟਾਂ ਲੱਗਣੀਆਂ ਚਾਹੀਦੀਆਂ ਨੇ, ਇੱਥੇ ਹਾਰਨ ਹੋਣਾ ਚਾਹੀਦਾ, ਇੱਥੇ ਇਹਦੇ ਰੇਡੀਏਟਰ ਪਾਣੀ ਵਾਲਾ ਹੋਣਾ ਚਾਹੀਦਾ। ਘਾੜਤ ਪਰ ਪ੍ਰਮਾਤਮਾ ਵਾਹਿਗੁਰੂ ਨੇ ਇਸ ਮਨੁੱਖ ਦੀ ਘਾੜਤ ਘੜਨ ਲੱਗਿਆਂ ਕਿਸੇ ਦੀ ਕੋਈ ਰਹਿ ਨਹੀਂ ਲਈ। ਇੱਥੋਂ ਤੱਕ ਵੀ ਜਿਹਦੀ ਕੁੱਖ ਦੇ ਵਿੱਚ ਇਹ ਪਲ ਰਿਹਾ ਉਹਦੀ ਵੀ ਕੋਈ ਰਹਿ ਨਹੀਂ ਲਈ ਜਾ ਰਹੀ। ਮਹਾਰਾਜ ਜੀ ਫਰਮਾਨ ਕਰਦੇ ਹਨ, ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸੁਵਾਰ ਧਰੀ। ਪਰਮਾਤਮਾ ਵਾਹਿਗੁਰੂ ਨੇ ਰੰਚਕ ਰੇਤ ਖੇਤ ਤਨ, ਕਹਿੰਦੇ ਇਹ ਇੱਕ ਰੇਤ ਭਾਵ ਪਾਣੀ ਦੀ ਬੂੰਦ ਤੋਂ ਪੈਦਾ ਹੋ ਕਰਕੇ ਇਹ ਖੇਤ ਤਨ, ਖੇਤ ਦੇ ਵਿੱਚ ਸਰੀਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਨਿਰਮਤ, ਇਸ ਨੂੰ ਸਰੀਰ ਦੇ ਵਿੱਚ ਹੀ ਪੈਦਾ ਕਰਕੇ ਦੁਰਲਭ ਦੇਹ ਸੁਵਾਰ ਧਰੀ। ਆ ਸਾਡੀ ਦੁਰਲਭ ਦੇਹੀ ਆ, ਜਿਸ ਦੇਹੀ ਦੇ ਨਾਲ ਅਸੀਂ ਤੁਰੇ ਫਿਰਦੇ ਹਾਂ, ਜਿਸ ਦੇਹੀ ਦੇ ਉੱਪਰ ਸੁੰਦਰ ਅੱਖਾਂ ਲੱਗੀਆਂ ਨੇ, ਜਿਸ ਦੇਹੀ ਦੇ ਉੱਪਰ ਸੁੰਦਰ ਕੰਨ ਲੱਗੇ ਨੇ ਸਾਨੂੰ ਸ਼ਰਵਣ ਕਰਵਾਉਣ ਵਾਸਤੇ, ਜਿਸ ਦੇਹੀ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਐਸੇ ਪਾਰਟਸ ਜਿਹੜੇ ਬਿਨਾਂ ਤੇਲ ਦਿੱਤਿਆਂ ਤੋਂ, ਬਿਨਾਂ ਗਰੀਸ ਦਿੱਤਿਆਂ ਤੋਂ ਹਰ ਸਮੇਂ ਚੱਲਦੇ ਰਹਿੰਦੇ ਨੇ। ਸਾਡਾ ਜਿਹੜਾ ਦਿਲ ਨਾਮੀ ਪੁਰਜਾ ਹੈ ਉਹਦੀ 24 ਘੰਟੇ ਡਿਊਟੀ ਹੈ ਪ੍ਰਮਾਤਮਾ ਵੱਲੋਂ ਕਿ ਉਹਨੇ ਕੰਪਰੈਸ਼ਰ ਕਰਦੇ ਰਹਿਣਾ, ਸਾਰੀਆਂ ਰਕਤ ਨਾੜੀਆਂ ਦੇ ਵਿੱਚ ਖੂਨ ਦਾ ਸੰਚਾਲਨ ਕਰਨਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਇਹ ਪ੍ਰਮਾਤਮਾ ਦੀ ਜਿਹੜੀ ਐਡੀ ਵੱਡੀ ਵਡਿਆਈ ਹੈ। ਖਾਨ ਪਾਨ ਸੋਧੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ। ਤੇ ਮਹਾਰਾਜ ਜੀ ਨੇ ਸਾਨੂੰ ਇਹ ਦੇਹ ਸਵਾਰ ਕਰਕੇ ਫਿਰ ਇੱਥੇ ਚੰਗੇ ਚੰਗੇ ਜਿਹੜੇ ਭੋਜਨ ਨੇ ਖਾਣ ਵਾਸਤੇ ਉਹ ਦਿੱਤੇ ਨੇ, ਤੇ ਜਿਹੜੇ ਸੰਕਟ ਨੂੰ ਕੱਟਣ ਵਾਸਤੇ ਪ੍ਰਮਾਤਮਾ ਦਾ ਸਿਮਰਨ ਹੈ। ਮਾਤ ਪਿਤਾ ਭਾਈ ਅਰ ਬੰਧਪ ਬੂਝਣ ਕੀ ਸਭ ਸੂਝ ਭਰੀ। ਹੁਣ ਜਿਵੇਂ ਪਸ਼ੂ ਨੇ, ਉਹਨਾਂ ਨੂੰ, ਪਸ਼ੂਆਂ ਨੂੰ ਆਪਣੇ ਭੈਣਾਂ ਭਰਾਵਾਂ ਬਾਰੇ ਨਹੀਂ ਪਤਾ ਹੁੰਦਾ,
ਕਿਉਂਕਿ ਆਪਾਂ ਪਸ਼ੂਆਂ ਦੀਆਂ ਕਿਰਿਆ, ਪਸ਼ੂਆਂ ਦੀਆਂ ਕਰਤੂਤਾਂ ਜਾਣਦੇ ਹਾਂ ਵੀ ਉਹਨਾਂ ਨੂੰ ਆਪਣੇ ਨਾ ਧੀ ਦਾ ਨਾ ਭੈਣ ਦਾ ਕੋਈ ਨਹੀਂ ਪਤਾ ਹੁੰਦਾ, ਪਰ ਮਨੁੱਖ ਨੂੰ ਪ੍ਰਮਾਤਮਾ ਨੇ ਇਹ ਸੋਝੀ ਦਿੱਤੀ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਮਾਤ ਪਿਤਾ ਭਾਈ ਅਰ ਬੰਧਪ ਬੁੱਝਣ ਕੀ ਸਭ ਸੂਝ ਭਰੀ। ਇਹਨੂੰ ਸਾਰੇ ਰਿਸ਼ਤੇਦਾਰੀਆਂ ਦੀ, ਇਹ ਮੇਰਾ ਮਾਮਾ ਲੱਗਦਾ, ਮਾਸੀ ਲੱਗਦੀ ਹੈ, ਇਹਨਾਂ ਜਿਹੜੀਆਂ ਰਿਸ਼ਤੇਦਾਰੀਆਂ ਦੀ, ਬੰਧਪਾਂ ਦੀ ਮਹਾਰਾਜ ਜੀ ਕਹਿੰਦੇ ਉਹਨੂੰ ਸੂਝ ਪੂਝ ਪਾਈ ਹੈ। ਇਸ ਮਨੁੱਖ ਨੂੰ ਪ੍ਰਮਾਤਮਾ ਨੇ ਵਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ। ਮਹਾਰਾਜ ਜੀ ਕਹਿੰਦੇ ਜੇ ਇਹ ਸਿਮਰਨ ਕਰੇ ਨਾ ਪਰਮਾਤਮਾ ਦਾ, ਹੁਣ ਵਾਹਿਗੁਰੂ ਨੇ ਇੱਥੇ ਸਾਨੂੰ ਦੇਹੀ ਬਖਸ਼ੀ ਆ ਸੁੰਦਰ, ਇਹ ਸੁੰਦਰ ਦੇਹੀ ਬਖਸ਼ ਕਰਕੇ ਜੇ ਇਹਦਾ ਸਿਮਰਨ ਕਰੀਏ, ਸਿਮਰਨ ਕਰਕੇ ਫਿਰ ਅਸੀਂ ਪਰਮਾਤਮਾ ਦਾ ਭੇਦ ਪਾ ਸਕਾਂਗੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ। ਦੇਖ ਤੇਰੇ ਤੇ ਕਿੱਡੀਆਂ ਬਖਸ਼ਿਸ਼ਾਂ ਕੀਤੀਆਂ, ਤੈਨੂੰ ਇਹ ਦੇ ਦਿੱਤੀ, ਤੈਨੂੰ ਚੰਗਾ ਘਰ ਮਕਾਨ ਦਿੱਤਾ, ਚੰਗੇ ਤੈਨੂੰ ਵਾਹਿਗੁਰੂ ਨੇ ਸਮਾਂ ਬਖਸ਼ ਕਰਕੇ ਪੜ੍ਹਾਈ ਲਿਖਾਈ ਕਰ ਦਿੱਤੀ, ਜਿਹੜਾ ਵਿਦਿਆ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਹੇ ਗੁਣਹੀਣ, ਉਹ ਭਾਈ ਪਾਗਲਾ ਮੂਰਖਾ ਗੁਣਹੀਣਾ ਦੀਨ ਗਰੀਬਾ। ਮਹਾਰਾਜ ਜੀ ਫਰਮਾਨ ਕਰਦੇ, ਮਾਇਆ ਕ੍ਰਿਮ, ਮਾਇਆ ਦੇ ਵਿੱਚ ਫਸਿਆ ਹੋਇਆ ਕਿਰਮ ਜੀਵਾ, ਸਿਮਰ ਸੁਆਮੀ ਏਕ ਕਰੀ। ਤੂੰ ਜਿਹਨੇ ਤੇਰਾ ਇਹ ਰਚਨ ਰਚਿਆ ਐਡਾ ਵੱਡਾ, ਉਸ ਪਰਮਾਤਮਾ ਸੁਆਮੀ ਨੂੰ ਇੱਕ ਘੜੀ ਦਾ ਸਿਮਰ ਲੈ। ਕਦੋਂ ਤਾਂ ਤੂੰ ਉਹਦਾ ਮੁਖ ਦੇ ਵਿੱਚੋਂ ਵਾਹਿਗੁਰੂ ਕਹਿ ਦੇ, ਕਰ ਗਏ ਲਿਓ ਕਿਰਪਾਲ ਕਿਰਪਾ ਨਿਧ, ਨਾਨਕ ਕਾਟ ਭ੍ਰਮ ਭਰੀ। ਮਹਾਰਾਜ ਜੀ ਫਰਮਾਨ ਕਰਦੇ ਹਨ, ਉਹ ਕਿਰਪਾ ਨਿਧ ਤੇਰੇ ਤੇ ਐਸੀ ਕਿਰਪਾ ਬਖਸ਼ਿਸ਼ ਕਰ ਦੇਵੇਗਾ ਕਿ ਤੈਨੂੰ ਇਹ ਸਾਰੀਆਂ ਸੋਝੀਆਂ ਪੈ ਜਾਣਗੀਆਂ। ਫਿਰ ਮਹਾਰਾਜ ਜੀ ਨੇ ਕੀਤਾ ਹੋਇਆ ਉਸ ਦਾ ਦੂਸਰੇ ਸਵਾਲ ਦਾ, ਜਿਹੜੇ ਪ੍ਰਸ਼ਨਾਂ ਦਾ ਉੱਤਰ ਸੀ, ਮਹਾਰਾਜ ਜੀ ਦਿੰਦੇ ਹਨ, ਸਹਜੇ ਆਵੈ ਸਹਜੇ ਜਾਏ, ਮਨ ਤੇ ਉਪਜੈ ਮਨ ਮਾਹੇ ਸਮਾਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਇਹ ਜਿਹੜਾ ਜੀਵ ਹੈ ਨਾ, ਇਹਦਾ ਸਹਜੇ ਹੀ ਰਚਨ ਹੋ ਜਾਂਦਾ ਹੈ। ਭਾਵ ਪਰਮਾਤਮਾ ਵਾਹਿਗੁਰੂ ਕਿਸੇ ਤੋਂ ਇਹ ਆਗਿਆ ਨਹੀਂ ਲੈਂਦਾ ਕਿ ਹੁਣ ਇਹ ਜੀਵ ਦਾ ਸੰਸਾਰ ਤੇ ਆਉਣਾ। ਇੱਥੋਂ ਤੱਕ ਵੀ ਜਿਹੜਾ ਜਿਹਨੇ ਇਹਨੂੰ ਜਨਣਿਆ, ਜਿਸ ਇਸਤਰੀ ਨੇ ਇਸ ਨੂੰ ਪੈਦਾ ਕੀਤਾ, ਉਹਦੀ ਵੀ ਪਰਮਾਤਮਾ ਕੋਈ ਰਾਏ ਨਹੀਂ ਲੈਂਦਾ ਵੀ ਹੁਣ ਇਹ ਜੀਵ ਨੂੰ ਭੇਜਣਾ। ਜਿਸ ਪਿਓ ਦੇ ਘਰੇ ਆ ਕਰਕੇ ਇਸ ਨੇ ਜਨਮ ਲਿਆ, ਉਹਦੀ ਵੀ ਕੋਈ ਰਾਏ ਨਹੀਂ ਲੈਂਦਾ। ਪਰਮਾਤਮਾ ਵਾਹਿਗੁਰੂ ਜੀ ਜਦੋਂ ਉਹਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਸਹਜੇ ਆਵੇ, ਕਹਿੰਦੇ ਸਹਿਜ ਦੇ ਨਾਲ ਇਹ ਆ ਜਾਂਦਾ ਹੈ, ਸਹਜੇ ਜਾਏ, ਤੇ ਇਥੋਂ ਸਹਿਜ ਦੇ ਨਾਲ ਹੀ ਚਲਿਆ ਜਾਂਦਾ ਹੈ। ਹੁਣ ਮਹਾਰਾਜ ਜੀ ਕਹਿੰਦੇ, ਕਦੇ ਪੁੱਛਿਆ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਇੱਕ ਨਹੀਂ ਲੱਦੇ ਇੱਕ ਲੱਦ ਚਲੇ, ਇੱਕ ਨਹੀਂ ਬੱਧੇ ਭਾਰ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਦੇ ਮੌਤ ਨੇ ਨਹੀਂ ਪੁੱਛਿਆ ਸਾਥੋਂ ਵੀ ਇਹ ਤੇਰੇ ਧੀ ਨੂੰ, ਪੁੱਤ ਨੂੰ, ਤੇਰੇ ਮਾਂ-ਬਾਪ ਨੂੰ ਮੈਂ ਇਥੋਂ ਸੰਸਾਰ ਤੋਂ ਲੈ ਜਾਵਾਂ ਤੇਰੇ ਕੋਲੋਂ, ਨਹੀਂ। ਮਹਾਰਾਜ ਜੀ ਕਹਿੰਦੇ ਸਹਿਜ ਦੇ ਵਿੱਚ ਹੀ ਕੰਮ ਹੁੰਦਾ, ਸਹਿਜ ਦੇ ਵਿੱਚ ਜੀਵ ਇਸ ਸੰਸਾਰ ਤੇ ਆਉਂਦਾ, ਸਹਿਜ ਦੇ ਵਿੱਚ ਹੀ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ। ਮਨ ਤੇ ਉਪਜੈ ਮਨ ਮਾਹੇ ਸਮਾਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਹ ਸੰਸਾਰ ਮਨ ਤੋਂ ਹੀ ਉਪਜੇ ਪੈਦਾ ਹੁੰਦਾ, ਭਾਵ ਇਹ ਸ੍ਰਿਸ਼ਟੀ ਮਨੋਂ ਬਈ ਹੈ ਤੇ ਮਨ ਨੇ ਹੀ ਬਣਾਈ ਹੈ। ਜਿਵੇਂ ਆਪਾਂ ਦੇਖਦੇ ਹਾਂ, ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਇਹ ਲੇਖ ਨੇ ਕਿ ਜੀਵ ਜਦੋਂ ਮਾਤਾ ਦੇ ਉਦਰ ਦੇ ਵਿੱਚ ਹੁੰਦਾ, ਮਾਤਾ ਦੀ ਕੁੱਖ ਦੇ ਵਿੱਚ ਪਲਦਾ, ਉਦੋਂ ਪਰਮਾਤਮਾ ਨੇ ਇਹਦਾ ਜਿਹੜਾ ਰਚਨ ਕੀਤਾ, ਇਹ ਮਾਤਾ ਦੇ ਉਰਦ ਦੇ ਵਿੱਚ, ਮਾਤਾ ਦੇ ਪੇਟ ਦੇ ਵਿੱਚ ਮੁੱਦਾ ਹੁੰਦਾ, ਪੁੱਠਾ ਲਮਕਦਾ ਹੁੰਦਾ, ਇਹਦਾ ਸਿਰ ਥੱਲੇ, ਲੱਤਾਂ ਨੂੰ ਉੱਪਰ ਨੂੰ ਹੁੰਦੀਆਂ ਨੇ, ਤੇ ਇਹਨੂੰ ਪਰਮਾਤਮਾ ਨੇ ਜਿਹੜਾ ਭੋਜਨ ਦੇਣ ਵਾਸਤੇ ਰਸਤਾ ਦਿੱਤਾ ਹੈ, ਉਹ ਜਿਹੜੀ ਆਪਣੀ ਨਾਭੀ ਹੈ, ਜਿਹਨੂੰ ਧੁੰਨ ਕਹਿ ਦਿੰਦੇ ਆ, ਧੁੰਨੀ ਕਹਿ ਦਿੰਦੇ ਆਪਾਂ, ਉਸ ਧੁੰਨੀ ਵਿੱਚ ਦੀ ਇਸ ਨੂੰ ਭੋਜਨ ਮਿਲਦਾ ਹੈ। ਕਿਉਂਕਿ ਜਿਹੜੇ ਪਸ਼ੂ ਹੁੰਦੇ ਨੇ ਉਹਨਾਂ ਦੇ ਵੀ ਆਪਾਂ ਇੱਕ ਨਾੜੂਆ ਨਾਮ ਦੀ ਚੀਜ਼ ਦੇਖਦੇ ਹਾਂ, ਤੇ ਮਨੁੱਖ ਦੇ ਵੀ ਇਹ ਨਾੜੂਆ ਹੁੰਦਾ। ਉਸ ਨਾੜੂਏ ਰਾਹੀਂ ਪਰਮਾਤਮਾ ਮਾਂ ਦੇ ਭੋਜਨ ਨਲੀ ਦੇ ਨਾਲ ਜੋੜ ਕਰਕੇ ਇਸ ਜੀਵ ਨੂੰ ਭੋਜਨ ਦਿੰਦਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਫਿਰ ਜਦੋਂ ਇਹ ਮਾਂ ਦੇ ਕੁੱਖ ਦੇ ਵਿੱਚ ਹੁੰਦਾ ਤੇ ਉਦੋਂ ਇਹਦਾ ਮਨ ਨਹੀਂ ਹੁੰਦਾ, ਉਦੋਂ ਕੇਵਲ ਸਿਮਰਨ ਕਰਦਾ।
ਪਰਮਾਤਮਾ ਨੂੰ ਯਾਦ ਕਰਦਾ। ਜਦੋਂ ਫਿਰ ਸੰਸਾਰ ਦੇ ਵਿੱਚ ਆਇਆ, ਸੰਸਾਰ ਦੇ ਵਿੱਚ ਆ ਕਰਕੇ ਇਹਦਾ ਮਨ ਹੈ ਜਿਹੜਾ ਉਹ ਪੈਦਾ ਹੋ ਗਿਆ, ਤੇ ਫਿਰ ਇਹਨੇ ਮਨ, ਫਿਰ ਇਹ ਕਹਿੰਦਾ ਵੀ ਮੇਰਾ ਮਨ ਕਰਦਾ ਮੈਂ ਅੱਜ ਗੁਰਦੁਆਰੇ ਨਾ ਜਾਵਾਂ, ਮੇਰਾ ਮਨ ਨਹੀਂ ਕਰਦਾ ਮੈਂ ਪਾਠ ਕਰਾਂ, ਮੇਰਾ ਮਨ ਨਹੀਂ ਕਰਦਾ ਮੈਂ ਸਿਮਰਨ ਕਰਾਂ। ਭਾਵ ਫਿਰ ਇਹਦਾ ਮਨ ਆ ਜਾਂਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਹ ਮਨ ਮਾਹੇ ਸਮਾਏ, ਮਨ ਦੇ ਵਿੱਚ ਹੀ ਇਹ ਸਮਾ ਜਾਂਦਾ ਹੈ। ਗੁਰਮੁਖ ਮੁਖ ਤੋਂ ਬੰਧ ਨਾ ਪਾਏ, ਸ਼ਬਦ ਵਿਚਾਰ ਛੁੱਟੈ ਹਰ ਨਾਏ। ਜਿਹੜਾ ਪੰਜਵਾਂ ਉੱਤਰ ਪਾਤਸ਼ਾਹ ਜੀ ਨੇ ਦਿੱਤਾ, ਬੰਧ ਨਾ ਪਾਏ। ਹੈ ਭਾਈ, ਇਹ ਜੀਵ ਪਰਮੇਸ਼ਰ ਦੇ ਬੰਧਨਾਂ ਵਿੱਚ ਨਹੀਂ ਪਾਇਆ, ਸਗੋਂ ਇਹ ਕਰਮ ਕਰਨ ਦੀ ਸੁਤੰਤਰਤਾ ਕਰਨ, ਉਸ ਦੇ ਸਰੂਪ ਵੱਲੋਂ ਅਗਿਆਨ ਕਰਕੇ ਆਪ ਹੀ ਬੰਧਨਾਂ ਦੇ ਵਿੱਚ ਪਿਆ। ਜਿਵੇਂ ਪਰਮਾਤਮਾ ਨੇ ਸਾਨੂੰ ਬੰਧਨਾਂ 'ਚ ਨਹੀਂ ਪਾਇਆ, ਇੱਥੇ ਆ ਕਰਕੇ ਅਸੀਂ ਉਹ ਬੰਧਨਾਂ ਦੇ ਵਿੱਚ ਪੈ ਗਏ। ਬਹੁਤੇ ਜਿਹੜੇ ਕਾਰਜ ਆਪਾਂ, ਜਿੰਨੇ ਆਪਾਂ ਕਾਰਜ ਕਰਦੇ ਆ, ਉਹਨੇ ਹੀ ਸਾਨੂੰ ਬੰਧਨ ਪੈ ਜਾਂਦੇ ਨੇ। ਫਿਰ ਬੰਧਨ ਕਰਕੇ ਜੀਵ ਅੱਜ ਜੇ ਰਾਤ ਇਹਨੇ ਦਿੱਲੀ ਕੱਟੀ ਆ, ਤੇ ਦੂਜੇ ਦਿਨ ਇਹ ਨਹੀਂ ਪਤਾ ਰਾਤ ਨੂੰ ਦਿਨ ਚੜ੍ਹਦੇ ਨੂੰ ਕਲਕੱਤੇ ਵਗ ਜੇ, ਬੰਧਨਾਂ ਕਰਕੇ ਇਹ ਫਿਰਦਾ ਰਹਿੰਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਛੇਵਾਂ ਉੱਤਰ ਗੁਰਮੁਖ ਮੁਕਤੋ, ਜੇਕਰ ਜੀਵ ਗੁਰਮੁਖ ਬਣ ਕੇ ਮੁਖੀ ਦੁਆਰਾਂ ਦਾ ਨਾਮ ਜਪੇ, ਮੁਖੀ ਗੁਰਾਂ ਦਾ ਨਾਮ ਜਪੇ, ਉਹ ਮੁਕਤੀ ਪਾ ਸਕਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਤਰਬਰ ਪੰਖੀ ਬਹੁ ਨਿਸਵਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਵੇਂ ਤਰਬਰ ਦੇ ਉੱਪਰ, ਇੱਕ ਦਰਖਤ ਦੇ ਉੱਪਰ ਬਹੁਤੇ ਜਿਹੜੇ ਜੀਵ ਹਨ, ਪੰਛੀ ਹਨ, ਉਹ ਇਕੱਠੇ ਹੋ ਕਰਕੇ ਰਾਤ ਨੂੰ ਰਾਤ ਬਤੀਤ ਕਰਦੇ ਨੇ, ਤੇ ਜਦੋਂ ਬਾਸ ਵਸਣਾ ਕਰਦੇ ਹਨ, ਜਿਵੇਂ ਸੰਸਾਰ ਰੂਪੀ ਬ੍ਰਿਸ਼ ਉੱਤੇ ਬਹੁਤ ਹੀ ਸਾਰੇ ਜੀਵ ਨੇ ਜਿਹੜੇ ਉਹ ਪੰਛੀ ਅਵਸਥਾ ਰੂਪੀ ਰਾਤ ਵਿੱਚ ਇਕੱਠੇ ਰਹਿੰਦੇ ਹਨ, ਵਸਣਾ ਕਰਦੇ ਹਨ, ਪਰੰਤੂ ਇਹ ਜੀਵ ਸੰਸਾਰ ਰੂਪੀ ਬ੍ਰਿਸ਼ ਦੇ ਉਪ ਨੂੰ ਰਹਿਣ ਬਸੇਰਾ ਨਾ ਸਮਝ ਕੇ ਹਿਰਦੇ ਵਿੱਚ ਸਰੀਰ ਪਦਾਰਥਾਂ ਸੰਬੰਧੀ ਆਦਿ ਦਾ ਮੋਹ ਧਾਰ ਕੇ ਦੁਖੀ ਸੁਖੀ ਹੁੰਦੇ ਹੋਏ ਵਿਨਾਸ਼ ਨਾਸ਼ ਹੁੰਦੇ ਹਨ। ਜਿਵੇਂ ਮਹਾਰਾਜ ਜੀ ਨੇ ਮਾਰੂ ਰਾਗ ਦੇ ਵਿੱਚ ਵੀ ਫਰਮਾਨ ਕੀਤਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਏ ਉੱਠ ਚੱਲੇ, ਜਿਉਂ ਜਿਉਂ ਔਦ ਬਿਹਾਣੀਆਂ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਹ ਸੰਸਾਰ ਹੈ ਜਿਹੜਾ ਬਿਰਖ ਹੈ, ਸੰਸਾਰ ਇੱਕ ਦਰਖਤ ਹੈ। ਆਪਾਂ ਇਸ ਦਰਖਤ ਸੰਸਾਰ ਦੇ ਉੱਪਰ ਇਕੱਠੇ ਹੋਏ ਜੀਵ ਹਾਂ, ਸਾਰੇ ਆਪਾਂ ਜਿੰਨੇ ਮਨੁੱਖ ਹਾਂ, ਇਹ ਆਪਾਂ ਜੀਵਾਂ ਦੀ ਨਿਆਈ ਆ। ਮਹਾਰਾਜ ਜੀ ਫਰਮਾਨ ਕਰਦੇ ਹਨ, ਇੱਕ ਤੱਤੇ ਇੱਕ ਬੋਲਣ ਮਿੱਠੇ। ਹੁਣ ਇਹ ਸੰਸਾਰ ਦੇ ਉੱਪਰ ਜਿਹੜਾ ਰਚਨ ਹੁੰਦਾ ਪਰਮਾਤਮਾ ਦਾ, ਇੱਕ ਮਾਂ ਦੀ ਕੁੱਖ ਦੇ ਵਿੱਚੋਂ ਦੋ ਭਰਾਵਾਂ ਨੇ, ਦੋ ਭੈਣ ਭਰਾਵਾਂ ਨੇ, ਦੋ ਬੱਚਿਆਂ ਨੇ ਲਿਆ ਜਨਮ, ਤੇ ਉਹਨਾਂ ਦਾ ਜਿਹੜਾ ਸੁਭਾਅ ਉਹ ਵੱਖਰਾ ਵੱਖਰਾ ਹੁੰਦਾ। ਇੱਕ ਮਿੱਠਾ ਬੋਲਦਾ, ਇੱਕ ਤੱਤਾ ਬੋਲਦਾ, ਇੱਕ ਬੜੀ ਨਿਮਰਤਾ ਰੱਖਦਾ, ਇੱਕ ਲੜਾਈ ਵਾਸਤੇ ਤਿਆਰ ਰਹਿੰਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਨੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇਹ ਸੰਸਾਰ ਦੇ ਉੱਪਰ ਆਏ ਹੋਏ ਜੀਵ ਇੱਕ ਤਾਂ ਬੜੇ ਤੱਤੇ ਨੇ, ਉਹ ਲੜਨ ਵਾਸਤੇ, ਗੱਲਾਂ ਕਹਿਣ ਵਾਸਤੇ ਤਿਆਰ ਨੇ, ਇੱਕ ਬੜੇ ਮਿੱਠੇ ਨੇ ਜਿਹੜੇ ਉਹ ਕਹਿੰਦੇ ਨੇ ਨਹੀਂ ਇਹ ਨਹੀਂ ਹੋਣਾ ਚਾਹੀਦਾ, ਇਹ ਪਿਆਰ ਦੇ ਨਾਲ ਉਹਨਾਂ ਨੇ ਸਮਝਾਉਣਾ ਕਰਤਾ। ਮਹਾਰਾਜ ਜੀ ਕਹਿੰਦੇ ਪਰ ਤੱਤੇ ਤੇ ਮਿੱਠੇ ਦੋਨੇ ਸੰਸਾਰ ਵਿਰਖ ਤੇ ਵਸਦੇ ਨੇ। ਜਦੋਂ ਪਰਮਾਤਮਾ ਦਾ ਇਹ ਕਿਰਪਾ ਹੁੰਦਾ, ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਬਿਹਾਣੀਆਂ। ਹੁਣ ਸੰਸਾਰ ਵਿਰਖ ਦੇ ਉੱਪਰ ਆਪਾਂ ਸਾਰੇ ਬੈਠੇ ਹਾਂ। ਹੁਣ ਕਈਆਂ ਨੇ ਸੰਸਾਰ ਵਿਰਖ ਨੂੰ ਜਾਣਿਆ ਵੀ ਇੱਥੋਂ ਇੱਕ ਅਸੀਂ ਤਾਂ ਸਿਰਫ ਆਪਣੀ ਜ਼ਿੰਦਗੀ ਦੀ ਰਹਿਣ ਜਿਹੜੀ ਉਹ ਗੁਜ਼ਾਰਨ ਵਾਸਤੇ ਆਏ ਹਾਂ, ਜਦੋਂ ਜ਼ਿੰਦਗੀ ਦੀ ਰਾਤ ਗੁਜ਼ਰ ਜਾਵੇਗੀ ਤਾਂ ਇੱਥੋਂ ਅਸੀਂ ਚਲੇ ਜਾਵਾਂਗੇ। ਪਰ ਕਈਆਂ ਨੇ ਇਹ ਭੁਲਾ ਦਿੱਤਾ, ਉਹਨਾਂ ਨੇ ਕਹਿ ਦਿੱਤਾ ਵੀ ਇਹ ਤਾਂ ਸਾਡੀ ਪੱਕੀ ਰਜਿਸਟਰੀ ਹੋ ਗਈ, ਹੁਣ ਇੱਥੋਂ ਨਹੀਂ ਜਾਂਦੇ। ਦੂਸਰਿਆਂ ਨੂੰ ਤਾਂ ਕਹਿਣਾ ਵੀ ਫਲਾਣਾ ਵੀ ਮਰਨ ਵਾਲਾ, ਧਿਵਕਾ ਵੀ ਮਰੂਗਾ, ਪਰ ਆਪਣਾ ਮਰਨਾ ਨਹੀਂ ਹੁੰਦਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਅਸਤ, ਅਸਤ ਦਾ ਮਤਲਬ ਛਿਪ ਜਾਣਾ। ਜਿਵੇਂ ਸੂਰਜ ਸ਼ਾਮੀ ਛਿਪ ਜਾਂਦਾ ਹੈ ਨਾ, ਉਸ ਨੂੰ ਅਸਤ ਕਹਿੰਦੇ ਨੇ। ਅਦੋਤ, ਜਿਵੇਂ ਹੁਣ ਸੂਰਜ ਚੜ੍ਹ ਰਿਹਾ, ਇਹਨੂੰ ਸੂਰਜ ਉਦੇ ਹੋਣਾ, ਉਦੋਤ। ਮਹਾਰਾਜ ਜੀ ਕਹਿੰਦੇ ਸੂਰਜ ਛਿਪਦੇ ਨਾਲ, ਸੂਰਜ ਚੜ੍ਹਦੇ ਨਾਲ ਇਹ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਬਿਹਾਣੀਆਂ। ਇਸ ਜੀਵ ਨੇ ਇਸ ਦਰਖਤ ਤੋਂ
ਦਿਨ ਕੋਈ ਦਿਨ ਛਿਪਦੇ ਨਾਲ ਚੱਲ ਗਿਆ ਇੱਥੋਂ, ਤੇ ਕੋਈ ਦਿਨ ਚੜ੍ਹਦੇ ਨਾਲ ਚੱਲ ਗਿਆ ਇੱਥੋਂ। ਭਾਵ ਸਾਰਿਆਂ ਨੇ ਇੱਥੋਂ ਇਸ ਸੰਸਾਰ ਵਿਰਖ ਤੋਂ ਉੱਠ ਜਾਣਾ ਹੈ। ਜਿਵੇਂ ਮਹਾਰਾਜ ਜੀ ਦਾ ਫਰਮਾਨ ਹੈ, ਸੂਰਜ ਚੜ੍ਹੈ ਬਜੋਗ ਸਭ ਸੈ ਘਟੈ ਆਰਜਾ, ਕੋਈ ਹਾਰੈ ਕੋ ਜਿਣੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਜਦੋਂ ਸੂਰਜ ਚੜ੍ਹ ਜਾਂਦਾ ਉਦੋਂ ਸਾਰਿਆਂ ਨੂੰ ਇੱਕ ਦਿਨ ਦਾ ਵਿਜੋਗ ਪੈ ਜਾਂਦਾ। ਸਾਡੀ ਜ਼ਿੰਦਗੀ ਦੇ ਵਿੱਚੋਂ ਇੱਕ ਦਿਨ ਘਟ ਜਾਂਦਾ ਸੂਰਜ ਚੜ੍ਹਨ ਦੇ ਨਾਲ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਕੋਈ ਹਾਰੈ ਕੋ ਜਿਣੈ। ਇਸ ਸੰਸਾਰ ਦੇ ਉੱਪਰ ਜਦੋਂ ਸੂਰਜ ਚੜ੍ਹਦਾ, ਕਿਸੇ ਦੀ ਖਬਰ ਆਉਂਦੀ ਹੈ ਵੀ ਇਹ ਚੜ੍ਹਾਈ ਕਰ ਗਿਆ, ਉਹ ਹਾਰ ਗਿਆ ਇਸ ਜ਼ਿੰਦਗੀ ਨੂੰ, ਤੇ ਕੋਈ ਜਿਣੈ ਕਿਸੇ ਦੀ ਖਬਰ ਆਉਂਦੀ ਹੈ ਵੀ ਉਹ ਮਰਨ ਕਿਨਾਰੇ ਸੀ, ਠੀਕ ਹੋ ਗਿਆ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਇਸ ਤਰ੍ਹਾਂ ਜਿਉਂ-ਜਿਉਂ ਔਦ ਵਿਹਾਣੀਆਂ, ਜਿਵੇਂ-ਜਿਵੇਂ ਸਾਨੂੰ ਵਾਹਿਗੁਰੂ ਨੇ ਉਮਰ ਦਿੱਤੀ ਹੈ, ਉਵੇਂ ਅਸੀਂ ਇੱਥੋਂ ਵਿਆਹ ਕਰਕੇ ਪੂਰੀ ਕਰਕੇ ਸੰਸਾਰ ਤੋਂ ਤੁਰੇ ਜਾਣਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸਾਜ ਬਿਹਾਗ ਤਕਹਿ ਆਗਾਸ, ਦਹਾ ਦਿਸ ਧਾਵੈ ਹੈ ਕਰਮ ਲਿਖਿਆਸ। ਜਿਵੇਂ ਸਾਂਝ ਸੰਧਿਆ ਭਾਵ ਰਾਤ ਬੀਤਣ ਜਾਣ ਦੇ ਬਿਹਾਗ ਸਵੇਰ ਹੋਈ ਤੋਂ ਪੰਛੀ ਆਕਾਸ਼ ਵੱਲ ਨੂੰ ਤੱਕਦੇ ਹਨ, ਦੇਖਦੇ ਹਨ ਵੀ ਅਸੀਂ ਅੱਜ ਇਸ ਪਾਸੇ ਚੋਗਾ ਚੁਗਣ ਵਾਸਤੇ ਉੱਡ ਜਾਂਦੇ ਨੇ। ਜਿਵੇਂ ਜੀਵ ਰੂਪੀ ਪੰਛੀ ਅਵਸਥਾ ਰੂਪੀ ਰਾਤ ਬੀਤ ਜਾਣ ਤੋਂ ਬਾਅਦ ਕਾਲ ਰੂਪੀ ਸਵੇਰ ਹੋਣ ਤੇ ਪਰਲੋਕ ਰੂਪੀ ਆਕਾਸ਼ ਵੱਲ ਨੂੰ ਤੱਕਦੇ ਹਨ। ਫਿਰ ਕਰਮਾਂ ਦਾ ਲਿਖਿਆ ਹੋਇਆ ਜਿਉਂ-ਜਿਉਂ ਲਿਖਤ ਹੈ ਇਹਨਾਂ ਨੂੰ, ਜਿਵ ਜਿਵ ਲਿਖਤ ਤਿਵੈ ਤਿਵਕਾਰ। ਸਾਡੀ ਸਾਰਿਆਂ ਦੀ ਵੱਖਰੀਆਂ ਵੱਖਰੀਆਂ ਲਿਖਤਾਂ ਨੇ। ਇੱਥੋਂ ਤੱਕ ਕਿ ਇੱਕ ਮਾਂ ਦੀ ਕੁੱਖ ਦੇ ਵਿੱਚੋਂ ਜਨਮੇ ਦੋ ਭਰਾ, ਉਹਨਾਂ ਦੀ ਵੀ ਵੱਖਰੀ ਵੱਖਰੀ ਲਿਖਤ ਹੋ ਜਾਂਦੀ ਹੈ। ਇੱਕ ਅਮੀਰ ਬਣ ਜਾਂਦਾ, ਇੱਕ ਗਰੀਬ ਬਣ ਜਾਂਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਸ ਤਰ੍ਹਾਂ ਉਹ ਲਿਖਤਾਂ ਦੇ ਬਲ ਚੱਲਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਫਿਰ ਕਰਮਾਂ ਦੀ ਲਿਖਿਆਸ ਲਿਖਤ ਦੇ ਅਨੁਸਾਰ ਪਰਲੋਕ ਦੇ ਵਿੱਚ ਜੰਮਣ ਮਰਨ ਰੂਪੀ ਦਸੋਂ ਦਿਸ਼ਾ ਵਿੱਚ ਦੌੜਦਾ ਭਟਕਦਾ ਹੈ। ਅੱਗੋਂ ਸਤਿਗੁਰੂ ਜੀ ਛੇਵੇਂ ਪ੍ਰਸ਼ਨ ਦਾ ਉੱਤਰ ਸਪਸ਼ਟ ਕਰਦਿਆਂ ਹੋਇਆਂ ਮੁਕਤ ਹੋਣ ਦੇ ਬਾਬਤ ਇਉਂ ਜ਼ਿਕਰ ਕਰਦੇ ਹਨ, ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ। ਮਹਾਰਾਜ ਜੀ ਫਰਮਾਨ ਕਰਦੇ ਹਨ, ਜੋ ਜੀਵ ਪਰਮੇਸ਼ਰ ਦੇ ਨਾਮ ਦੇ ਸੰਜੋਗੀ ਨੇ, ਉਹ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖ ਮਾਟ ਦੇ ਸੰਜੋਗੀ ਹੋਏ ਹਨ। ਉਹ ਸੰਸਾਰ ਵਿੱਚ ਬਸਣਾ ਗੋਇਲ ਖਾਟ ਛੱਪਰ ਵਾਸ ਵਾਂਗ ਸਮਝਦੇ ਹਨ। ਭਾਵ ਇੱਕ ਜਿਹੜਾ ਸੰਜੋਗੀ ਗੋਇਲ ਥਾਟ ਲਿਖਿਆ, ਗੋਇਲ ਥਾਟ ਦਾ ਮਤਲਬ ਹੈ ਜਿਹੜੇ ਇਹ ਗੋਇਲੇ ਹੁੰਦੇ ਨੇ, ਇਹਨਾਂ ਗਾਈ ਚਾਰਨ ਵਾਲਿਆਂ ਨੂੰ, ਪਸ਼ੂਆਂ ਚਾਰਨ ਵਾਲਿਆਂ ਨੂੰ, ਇਹਨਾਂ ਨੂੰ ਗੋਇਲੇ ਕਿਹਾ ਜਾਂਦਾ ਹੈ। ਭਾਵ ਚਰਵਾਹੇ ਵੀ ਆਪਾਂ ਕਹਿ ਦਿੰਦੇ ਆ, ਜਾਂ ਆਪਣੇ ਮਾਲਵੇ ਦੇ ਵਿੱਚ ਵੀ ਪਾਲੀ ਵੀ ਕਹਿ ਦਿੰਦੇ ਆ, ਡੰਗਰਾਂ ਦੇ ਪਾਲੀ। ਮਹਾਰਾਜ ਜੀ ਕਹਿੰਦੇ ਜਿਹੜੇ ਉਹ ਨਾਮ ਸੰਜੋਗੀ ਗੋਇਲ ਥਾਟ, ਹੁਣ ਜਿਹੜੇ ਉਹ ਜਦੋਂ ਜਿਵੇਂ ਰਾਜਸਥਾਨ ਵਾਲੇ ਪਾਸੇ ਸੋਕਾ ਪੈ ਜਾਂਦਾ ਜਦੋਂ, ਤਾਂ ਉਧਰੋਂ ਰਾਜਸਥਾਨ ਵਾਲੀਆਂ ਜਿਹੜੀਆਂ ਗਾਈਆਂ ਨੇ, ਉਹ ਜਿਹੜੇ ਚਰਵਾਹੇ ਨੇ, ਉਹਨਾਂ ਨੂੰ ਚਾਰਨ ਵਾਲੇ, ਉਹ ਐਸੀਆਂ ਜਗ੍ਹਾ ਤੇ ਜਿੱਥੇ ਪਾਣੀ ਦੀ ਬਹੁਤਾਤ ਹੈ, ਨਦੀਆਂ ਦੇ ਕਿਨਾਰੇ ਲਿਜਾ ਕਰਕੇ ਉੱਥੇ ਚਰਾਂਦ ਹੁੰਦੀ ਆ, ਉੱਥੇ ਉਹ ਚਾਰਦੇ ਨੇ। ਹੁਣ ਉੱਥੇ ਉਹ ਆਰਜੀ ਤੌਰ ਤੇ ਘਰ ਬਣਾ ਲੈਂਦੇ ਨੇ, ਉਹਨਾਂ ਨੇ 2-4 ਮਹੀਨੇ ਉੱਥੇ ਰਹਿਣਾ ਹੁੰਦਾ। ਤੇ ਜਦੋਂ ਹੁਣ ਕਈ ਤਾਂ ਜਿਹੜੇ ਚਰਵਾਹੇ ਨੇ ਉਹ ਜਾਣਦੇ ਨੇ ਵੀ ਅਸੀਂ ਤਾਂ ਇੱਥੇ ਆਰਜੀ ਆਏ ਹਾਂ, ਇੱਥੋਂ ਜਾਣਾ, ਪਰ ਕਈ ਚਰਵਾਹੇ ਉਹਨੂੰ ਮੰਨ ਲੈਂਦੇ ਨੇ। ਹੁਣ ਜਿਵੇਂ ਆਪਾਂ ਖਬਰਾਂ ਵੀ ਪੜ੍ਹਦੇ ਹਾਂ ਵੀ ਕਿਸੇ ਨੇ ਕਿਸੇ ਦੀ ਥਾਂ ਤੇ ਰਹਿਣ ਵਾਸਤੇ ਆਰਜੀ ਝੁੰਗੀ ਪਾਈ, ਉਹ 10-20 ਸਾਲ ਉਸ ਝੁੰਗੀ 'ਚ ਰਿਹਾ, ਪਰ ਬਾਅਦ ਦੇ ਵਿੱਚ ਉਸ ਥਾਂ ਦੇ ਉੱਪਰ ਕਬਜ਼ਾ ਹੀ ਕਰ ਲਿਆ, ਕਹਿ ਦਿੱਤਾ ਤਾਂ ਮੇਰੀ ਆ, ਮੈਂ ਨਹੀਂ ਛੱਡਣਾ। ਇਸ ਤਰ੍ਹਾਂ ਹੀ ਇਹ ਮਨੁੱਖ ਹੈ। ਮਹਾਰਾਜ ਜੀ ਕਹਿੰਦੇ ਇਹ ਗੋਇਲ ਦੇ ਵਾਂਗ ਆਇਆ ਹੋਇਆ, ਚਰਵਾਹੇ ਦੇ ਵਾਂਗ ਆਇਆ। ਕਈ ਤਾਂ ਮੰਨਦੇ ਨੇ ਵੀ ਇਸ ਸੰਸਾਰ ਤੋਂ ਅਸੀਂ ਇੱਥੋਂ ਜਾਣਾ, ਪਰ ਮਹਾਰਾਜ ਜੀ ਕਹਿੰਦੇ, ਕਈ ਕਹਿੰਦੇ ਵੀ ਨਹੀਂ, ਅਸੀਂ ਤਾਂ ਹੁਣ ਇੱਥੇ ਪੱਕਾ ਹੀ ਇਹ ਝੰਡਾ ਗੱਡ ਦਿੱਤਾ ਵੀ ਇੱਥੋਂ ਜਾਣਾ ਹੀ ਨਹੀਂ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਕਾਮ ਕ੍ਰੋਧ ਫੂਟੈ ਬਿਖ ਮਾਟ। ਇਸ ਤਰ੍ਹਾਂ ਹੀ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਜਿਹੜੇ ਕਾਮ ਕ੍ਰੋਧ ਨੇ ਸਾਡੇ, ਉਹਨਾਂ ਨੇ ਸਾਡਾ ਜਿਹੜਾ ਇਹ ਸਵਾਸਾਂ ਰੂਪੀ ਘਿਓ ਵਾਲਾ ਮਟਕਾ ਹੈ ਨਾ, ਇਹ ਭੰਨ ਦੇਣਾ, ਟੁੱਟ ਜਾਣਾ ਹੈ। ਬਿਨ ਵੱਖਰ ਸੂਨੋ ਘਰ ਹਾਟ,
ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਵੇਂ ਗੋਇਲ ਵਾਸੀਆਂ ਦੇ ਵਾਪਸ ਜਾਣ ਤੋਂ ਉਹਨਾਂ ਦੇ ਬਣਾਏ ਛੱਪਰ ਘਰ ਹਟ ਸੁੰਨੇ ਰਹਿ ਜਾਂਦੇ ਹਨ, ਤਿਉਂ ਉਹਨਾਂ ਦੇ ਘਰ ਸਰੀਰ ਦੇ ਹਾਟ ਵਿੱਚ ਗੁਰਮਿਲ ਖੋਲੇ ਬਜਰ ਕਪਾਟ, ਭਾਵ ਹਿਰਦਾ ਵਾਸ਼ਨਾ ਤ੍ਰਿਸ਼ਨਾ ਰੂਪੀ ਬੱਖਰ ਸੌਦੇ ਤੋਂ ਬਗੈਰ ਹੁਣ ਸੁੰਨੇ ਹੋ ਗਏ, ਕਿਉਂਕਿ ਉਹਨਾਂ ਦੇ ਪੂਰੇ ਗੁਰਾਂ ਦੇ ਨਾਲ ਮਿਲ ਕੇ ਆਸਾ ਨੇਸਾ ਪੰਜਾਂ ਕੋਸ਼ਾਂ ਰੂਪੀ ਬਜਰ ਕਠੋਰ ਕਪਾਟ ਤੱਕ ਤੇ ਖੋਲੇ ਗਏ ਹਨ। ਸਾਧ ਮਿਲੈ ਪੂਰਬ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਗ, ਪਰੰਤੂ ਅਜਿਹੇ ਸਾਧ ਰੱਬ ਦੇ ਪਿਆਰੇ ਪੂਰਬਲੇ ਕਰਮਾਂ ਨਾਲ ਮਿਲਦੇ ਨੇ। ਨਿਸ਼ਕਾਮ ਕਰਮ ਕੀਤੇ ਹੋਣ ਤਾਂ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਜੋ ਸੱਚ ਸਰੂਪ ਨੂੰ ਪਾ ਕੇ ਰਹੱਸੇ ਆਨੰਦ ਦੇ ਸਹਿਤ ਹੋਏ ਹਨ, ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪੂਰੇ ਪੂਰਨ ਜੋਗ ਲੋਕ, ਉਹ ਪੂਰਨ ਹਰੀ ਦੀ ਪ੍ਰਾਪਤੀ ਵਾਲੇ ਲੋਕ ਹੁੰਦੇ ਹਨ। ਅੱਗੇ ਪਾਤਸ਼ਾਹ ਜੀ ਉਹਨਾਂ ਦੇ 7ਵੇਂ ਪ੍ਰਸ਼ਨ ਦਾ ਜਿਹੜਾ ਉੱਤਰ ਦਿੰਦਿਆਂ ਹੋਇਆਂ ਫਰਮਾਨ ਕਰਦੇ ਹਨ, ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨਕੈ ਲਾਗੋਂ ਪਾਏ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਿਨ੍ਹਾਂ ਨੇ ਗੁਰਾਂ ਨੂੰ ਮਨ ਤੇ ਤਨ ਦੇ ਦਿੱਤਾ, ਉਹ ਗੁਰਾਂ ਦੇ ਨਾਮ ਦੀ ਦਾਤ ਤੋਂ ਲੈ ਕਰਕੇ ਸਹਿਜ ਸੁਤੇ ਸਿੱਧ ਸੁਭਾਏ ਸੁਭਾਵਕ ਹੀ ਅਵਿਨਾਸ਼ੀ ਪਰਮੇਸ਼ਰ ਦੇ ਰੂਪ ਵਿੱਚ ਸਮਾ ਜਾਂਦੇ ਹਨ, ਸੁਭਾਵਕ ਹੀ ਸਹਿਜ ਗਿਆਨ ਸਰੂਪ ਵਿੱਚ ਲੈ ਲੀਨ ਹੋ ਜਾਂਦੇ ਹਨ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਕਹਿੰਦੇ ਇਹਨਾਂ ਅਭੇਦ ਹੋਣ ਵਾਲੇ ਨਾਮ ਸੰਜੋਗੀਆਂ ਦੇ ਅਸੀਂ ਉਹਨਾਂ ਦੇ ਚਰਨੀ ਪਾਉ, ਭਾਵ ਜਿਹੜਾ ਨਾਮ ਦੇ ਵਿੱਚ ਅਭੇਦ ਹੋ ਗਿਆ ਮਹਾਂਪੁਰਸ਼ ਰੱਬ ਦੇ ਪਿਆਰੇ ਮਹਾਰਾਜ ਜੀ ਕਹਿੰਦੇ, ਨਾਨਕ ਤਿਨਕੈ ਲਾਗੋਂ ਪਾਏ। ਅਜਿਹੇ ਰੱਬ ਦੇ ਪਿਆਰਿਆਂ ਦੇ ਅਸੀਂ ਚਰਨਾਂ ਦੇ ਨਾਲ ਲੱਗ ਕਰਕੇ ਆਪ ਹੀ ਤਰਨਾ ਚਾਹੁੰਦੇ ਹਾਂ। ਪਾਤਸ਼ਾਹ ਜੀ ਨੇ ਇਸ ਅੱਜ ਦੇ ਸ਼ਬਦ ਦੇ ਵਿੱਚ ਦਾਸਾ ਨਾਮੀ ਭੱਟ ਦੇ ਜਿਹੜੇ ਪ੍ਰਸ਼ਨ ਸਨ, ਉਹਨਾਂ ਦੇ ਉੱਤਰ ਦਿੱਤੇ ਕਿ ਇਹ ਜੀਵ ਕਰਮਾਂ ਦਾ ਵਧਿਆ ਸੰਸਾਰ ਤੇ ਆਉਂਦਾ ਤੇ ਕਰਮਾਂ ਰੂਪੀ ਇੱਥੇ ਕਰਮ ਕਰਦਾ, ਜੇ ਤਾਂ ਉਹੀ ਫੇਰ ਕਰਮ ਕਰੇ, ਫਿਰ ਇਸ ਨੂੰ ਇਸ ਕਰਮਾਂ ਦੇ ਮੁਤਾਬਕ ਦੇਹੀ ਮਿਲਦੀ ਆ। ਪਰ ਜੇ ਇਹ ਚੰਗੇ ਕਰਮ ਕਰੇ, ਪੁੰਨ ਕਰਮ ਕਰੇ ਤੇ ਸਿਮਰਨ ਕਰੇ, ਫਿਰ ਜੇ ਸਿਮਰਨ ਕਰ ਲੈਂਦਾ ਪ੍ਰਮਾਤਮਾ ਦੇ ਚਰਨਾਂ 'ਚ ਇਹਨੂੰ ਮੁਕਤੀ ਮਿਲ ਜਾਂਦੀ ਹੈ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਰਹਿਣਾ ਮਿਲ ਜਾਂਦਾ ਹੈ। ਪਰ ਇਹ ਜੇ ਫਿਰ ਇਹ ਤੋਂ ਕਰਮ ਨਾ ਹੋਣ, ਸਿਮਰਨ ਨਾ ਹੋਵੇ, ਫਿਰ ਇਹਨੂੰ ਜਿਵੇਂ ਮਹਾਰਾਜ ਜੀ ਨੇ ਗੂਜਰੀ ਰਾਗ ਦੇ ਵਿੱਚ ਫਰਮਾਨ ਕੀਤਾ ਹੈ ਕਿ ਜਿਵੇਂ ਇਹਦੀ ਅੰਤ ਸਮੇਂ ਸੁਰਤੀ ਜਾਵੇਗੀ, ਜੇ ਇਹ ਅੰਤ ਸਮੇਂ ਮਾਇਆ ਨੂੰ ਯਾਦ ਕਰ ਲੈਂਦਾ ਮਰਨ ਦੇ ਸਮੇਂ, ਮਹਾਰਾਜ ਜੀ ਕਹਿੰਦੇ ਸੱਪ ਦੀ ਜੂਨੀ ਪਵੇਗਾ। ਜੇ ਇਹ ਮੰਦਰ ਨੂੰ ਭਾਵ ਘਰ-ਬਾਰ ਨੂੰ ਚੇਤੇ ਕਰਦਾ, ਫਿਰ ਪਾਤਸ਼ਾਹ ਜੀ ਕਹਿੰਦੇ ਇਹਨੂੰ ਪ੍ਰੇਤ ਬਣਨਾ ਪਵੇਗਾ। ਜੇ ਲੜਕੇ ਧੀਆਂ ਪੁੱਤਰਾਂ ਨੂੰ ਯਾਦ ਕਰਦਾ, ਫਿਰ ਇਹਨੂੰ ਸੂਰ ਦੀ ਜੂਨੀ ਮਿਲੇਗੀ। ਇਸ ਤਰ੍ਹਾਂ ਇਹ ਕਰਮਾਂ ਦਾ ਵਧਿਆ ਜੀਵੇ ਸੰਸਾਰ ਤੇ ਆਉਂਦਾ, ਪਰ ਜਦੋਂ ਕਰਮ ਕਰਦਾ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵੱਲ ਨੂੰ ਹੁੰਦਾ, ਇਹ ਸੰਸਾਰ ਤੋਂ ਮੁਕਤ ਪ੍ਰਾਪਤ ਕਰ ਲੈਂਦਾ ਹੈ। ਸੋ ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ 1 ਮਿੰਟ ਵਾਸਤੇ ਨਾਮ ਸਿਮਰਨ ਦੀ ਆਪਾਂ ਡਿਊਟੀ ਲਾਈਏ। ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕਰਾਂਗੇ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ। ਸਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਚੰਗਿਆਈਆ ਬੁਰਿਆਈਆ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਜਿਨੀ ਨਾਮ ਧਿਆਇਆ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਜਿਨੀ ਨਾਮ ਧਿਆਇਆ। ਗਏ ਮਸਕਤ ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।